ਤੁਹਾਡਾ ਉਜ਼ੋ ਤਨਾਸਲ ਜਿਹੜਾ ਹੈ ਪ੍ਰਾਈਵੇਟ ਪਾਰਟ ਤੁਹਾਡਾ ਕੱਟ ਕੇ ਜੜੋਂ ਅਲੱਗਾ ਕਰ ਦਿੱਤਾ ਹੈ, ਕੀ ਮਾਮਲਾ ਹੈ? ਜੜੂ ਅਲੱਗਾ ਕਰ ਦਿੱਤਾ ਜੀ। ਮੈਂ ਤੈਨੂੰ ਕੀ ਦੱਸਾਂ, ਜੜੂ ਅਲੱਗਾ ਕਰ ਦਿੱਤਾ ਜੀ। ਇਹ ਕੀ ਮਾਮਲਾ ਹੋਇਆ, ਕਿਸ ਤਰ੍ਹਾਂ ਹੋਇਆ ਸੀ? ਉਹ ਸਾੜੀ ਸੁੜੀ ਪਾ ਤੇ ਬੈਠੀ, ਸਾਰਾ ਕੁਝ ਕਰਤੇ ਬੈਠੀ ਗਈ ਨਾਲ। ਬਾਜੀ ਸੁਣਾ ਜੀ ਉਹ ਨਾਲ ਬੈਠੀ ਬਾਹਰ ਦਰਵਾਜ਼ੇ ਵਿੱਚ। ਕਮਰੇ 'ਚ ਮਸਾਰੀ ਵੀ ਸਜਾਈ? ਹਾਂਜੀ ਸਜਾਈ ਸਾਰਾ ਕੁਝ ਕੀਤਾ। ਉਸੇ ਦਿਨ ਹੀ ਸਜਾਈ? ਉਸੇ ਦਿਨ ਹਾਂਜੀ। ਫਿਰ ਉਸ ਤੋਂ ਬਾਅਦ ਕੱਪੜੇ ਪਾਏ, ਦੁਲਹਨ ਬਣੀ? ਦੁਲਹਨ ਬਣੀ, ਫੁੱਲ ਦੁਲਹਨ ਬਣੀ ਜੀ। ਜੂਸ ਪਵਾਇਆ, ਜੂਸ ਜਿੰਨਾ ਉਹਦੇ 'ਚ ਨਸ਼ਾ ਹੈਗਾ ਜੀ। ਬਸ ਮੈਂ 2 ਘੁੱਟਾਂ ਤੇ ਗਿਆ, ਮੈਨੂੰ ਨਹੀਂ ਪਤਾ ਚੱਲਿਆ। ਫਿਰ ਉਸਮਾਨ ਮੇਰੇ ਮੂੰਹ ਤੇ ਕਪੜਾ ਸਾੜ ਦਿੱਤਾ। ਉਹਦੇ ਵੱਡੇ ਬੱਚੇ ਨੇ ਮੇਰੀ ਲੱਟਾਂ ਬੰਨੀਆਂ ਨੇ, ਛੋਟੇ ਬੱਚੇ ਹੱਥ ਪਕੜੇ ਗਏ। 5 ਹੀ ਹੈਗੇ, ਉਹਨਾਂ ਮੈਨੂੰ ਪਕੜਿਆ ਗਿਆ। ਗਟੀਆ ਕਿਸਮ ਦੀ ਛੁਰੀ ਹੈਗੀ ਸੀ, ਗਟੀਆ ਕਿਸਮ ਦੀ। ਉਹਨੇ ਫਿਰ ਮੇਰਾ ਵੇਖੋ ਜਾਨੀ ਜੀ ਪੱਟਾਂ ਤੇ ਵੀ ਛੁਰੀ ਮਾਰੀ ਗਈ। ਉਹ ਵੇਖੋ ਸਾਰਾ ਦਿਨ। ਫਿਰ ਉਹਨਾਂ ਬੜਾ ਹੱਸ ਤੋਂ ਬਾਅਦ ਮੇਰਾ ਜਿਸਮ ਸਾਰਾ ਕੱਟ ਦਿੱਤਾ, ਜੜੂ ਪੜ ਦਿੱਤਾ ਜੀ। ਉਹਨਾਂ ਜੜੂ ਪੜ ਤੇ ਦਰਵਾਜ਼ਾ ਬੰਦ ਕਰਤੇ, ਛੁਰੀਆਂ ਮਾਰ ਕੇ ਤੇ ਇਹ ਖਤਮ ਹੋ ਗਿਆ? ਖਤਮ ਹੋ ਗਿਆ ਜੀ, ਸਭ ਕੁਝ ਨੇ ਬੁੱਢੂ ਕੱਟ ਦਿੱਤਾ ਜੀ। ਮੈਂ ਤੈਨੂੰ ਕੀ ਦੱਸਾਂ ਰੱਬ। ਉਸਮਾ ਫੜੀ गई कि नहीं? नहीं हाले तिकर की कुछ नहीं पकड़ी जी, कोई उस्मा नहीं पकड़ी, सिर्फ उसनाज एक पकड़ी हुई। मेरी अपील हैगी है मरियम नवाज CCD हाल पंजाब सबसे अपील हैगी, मुझे इंसाफ चाहिए जी। बिस्मिल्लाहिर्रहमानिर्रहीम, अस्सलाम वालेकुम नाज़रीन, मैं हूं आप सदा का मेज़बान नईम भट्टी और आप देख रहे हैं 89 न्यूज़। नाज़रीन, टिकटॉकर खातून से मोहब्बत और शादी का भयानक अंजाम सामने आया, यानी कि टिकटॉकर खातून ने सुहाग रात का बिस्तर सजाया और अपने ही शोहर का प्राइवेट पार्ट जो है उसको काट दिया, यानी कि उसका उज़्व तनासल जो है उसको काट दिया और जड़ से जो है काट दिया। ये सारा वाकया क्या है कि इस वक्त मेरे साथ वो मुतासरा शख्स मौजूद है जिसकी बीवी ने, जो कि टिकटॉकर है और मुबैना तौर पर टिकटॉकर है, और इसका नाम उज़्मा उर्फ नागन है, जो कि अपने शोहर का जिसने प्राइवेट पार्ट जो है काट दिया है। और ये सारा वाकया क्या है, अब मेरे साथ वो मुतासरा शख्स भी मौजूद है, इसका नाम रफ़ीक है, जो कि 5 बच्चों का बाप है। और इन्होंने दूसरी शादी की थी, ये जो उज़्मा है, जो कि उज़्मा उर्फ नागिन है, इससे दूसरी शादी की और उसके बाद इनका प्राइवेट पार्ट जो है सुहाग रात का बिस्तर सजाया गया और उसी पर जो है इनका प्राइवेट पार्ट जो है, इनका उज़्व तनासल जो है उसको काट दिया गया है। अब सारे हकाइक, सारे जो कहानी है वो इन्हीं की ज़ुबानी जानेंगे कि ये क्यों है ऐसा इतना जो है, यानी कि वो खौफनाक जो है, यानी कि उसने इनसे कोई बदला लिया, ये क्या मामला है, सारी कहानी जो है इनकी ज़ुबानी जानेंगे। अस्सलाम वालेकुम। वालेकुम सलाम जी। रफीक साहब, ਇਹ ਕੀ ਮਾਮਲਾ ਹੈ ਕਿ ਤੁਹਾਡੇ 5 ਬੱਚੇ ਵੀ ਨੇ, ਤੁਸੀਂ ਦੂਸਰੀ ਸ਼ਾਦੀ ਕੀਤੀ, ਇਹ ਕੌਣ ਹੈ ਉਜ਼ਮਾ ਉਰਫ ਨਾਗਨ? ਇਹ ਜੀ ਉਜ਼ਮਾ ਇੱਕ ਜਿੰਦਾ ਬਦ ਚੱਲਣ ਔਰਤ ਹੈਗੀ, ਮੈਨੂੰ ਨਹੀਂ ਇਸ ਗੱਲ ਦਾ ਪਤਾ ਹੈਗਾ ਸੀ ਜੀ। ਟਿਕਟੋਕਰ ਹੈਗੀ, ਬਸ ਗੱਲਾਂ ਚ ਮੈंने ਵਿਚਾ ਲਿਆ। ਉਹਨੇ ਆਪਦੇ ਮੀਆਂ ਕੋਲੋਂ ਮੇਰੇ ਸਾਹਮਣੇ ਤਲਾਕ ਲੈ ਲਈ 3 ਮਹੀਨੇ ਪਹਿਲੇ। ਤੁਸੀਂ ਪਹਿਲੇ ਸ਼ਾਦੀशुदा ਹੈਗੇ? ਤੁਹਾਡੀ ਬੀਵੀ ਹੈ? ਬੀਵੀ ਹੈਗੀ ਜੀ। ਕਿੰਨੇ ਬੱਚੇ ਨੇ ਤੁਹਾਡੇ? ਮੇਰੇ ਪਹਿਲੇ 5 ਬੱਚੇ ਨੇ, 3 ਬੱਚੀਆਂ 2 ਬੱਚੇ ਹੈਗੇ। ਇਹ ਉਜ਼ਮਾ ਤੁਹਾਡੀ ਰਿਸ਼ਤੇਦਾਰ ਹੈ? ਰਿਸ਼ਤੇਦਾਰ ਹੈ ਜੀ। ਤੁਹਾਡੀ ਰਿਸ਼ਤੇਦਾਰ? ਰਿਸ਼ਤੇਦਾਰ। ਕਿਸ ਰਿਸ਼ਤੇ ਚ ਤੁਹਾਡੀ? ਇਹ ਮੇਰੇ ਮਾਮੇ ਦੀ ਨੂੰਹ ਹੈਗੀ ਜੀ। ਅੱਛਾ, ਤੁਹਾਡੇ ਮਾਮੇ ਦੀ ਨੂੰਹ ਹੈਗੀ, ਹਾਂਜੀ। ਇਹਦੇ ਨਾਲ ਮੁਲਾਕਾਤ ਕਿਸ ਤਰ੍ਹਾਂ ਹੋਈ? ਬਸ ਮੁਲਾਕਾਤ ਹੋਈ ਸਾਡੀ, ਜਿਹਨਾਂ ਰਿਸ਼ਤੇਦਾਰੀ ਕੀ ਸੀ, ਆਣ ਜਾਣ ਲੱਗ ਗਏ। ਅਸੀਂ ਉਮਰੇ ਤੇ ਗਏ, ਉਸ ਤੋਂ ਵਾਪਸੀ ਆੜ ਤੇ ਆਏ। ਆਣ ਤੇ ਵੀ ਇਕੱਠੇ ਗਏ? ਇਕੱਠੇ ਗਏ ਜੀ। ਜਦੋਂ ਨਾਲ ਗਈ? ਹਾਂਜੀ ਨਾਲ ਗਈ। ਤੇ ਤੁਹਾਡੀ ਪਹਿਲੀ ਬੇਗਮ? ਉਹ ਨਹੀਂ ਗਈ ਜੀ, ਉਹ ਨਾਲ ਨਹੀਂ ਗਈ। ਉਜ਼ਮਾ ਨਾਲ ਪਹਿਲੇ ਹੀ ਕੋਈ ਫੇਰ ਚੱਲ ਰਿਹਾ? नहीं कोई कुछ नहीं हैगा। ठीक है। ਜਦੋਂ ਵਾਪਸੀ ਆਏ 2 ਮਹੀਨੇ ਤੋਂ ਬਾਅਦ ਹੋ ਸका, ਮੈਂ ਆਦੇ ਮੀਆਂ ਕੋਲ ਤਲਾਕ ਲੈਣ ਲੱਗੀਆਂ ਤੇ ਮੈਂ ਤੇਰੇ ਨਾਲ ਸ਼ਾਦੀ ਕਰਨਾ ਚਾਹਨੀ। ਮੈਂ ਉਮਰੇ ਤੋਂ ਵਾਪਸ ਆਈ? हाँ ठीक है। उम्र तो वापस आए कि उन्होंने आदे मੀਆਂ ਕੋਲ ਤਲਾਕ ਲਈਏ। ਤਲਾਕ ਲੈ ਤੇ ਫਿਰ ਮੇਰੇ 2 ਮਹੀਨੇ ਹੋ ਗਏ ਸ਼ਾਦੀ ਕੀਤੀ ਨੂੰ, ਨਿਕਾਹ ਕੀਤੇ ਨੂੰ। ਸਾਡਾ ਹਾਈ ਕੋਰਟ ਦੇ ਨਿਕਾਹ ਹੋਇਆ, ਨਿਕਾਹ ਦੇ ਕਾਗਜ਼ ਮੇਰੇ ਕੋਲ ਬਰਾਮਦ ਹੈ, ਸਭ ਕੁਝ ਹੈਗਾ। ਤਲਾਕ ਵੀ ਮੇਰੇ ਕੋਲ ਸਬੂਤ ਹੈਗੀ ਹੈ। ਪਹਿਲੀ ਬੀਵੀ ਤੁਹਾਡੀ ਰਜ਼ਾਮੰਦ ਸੀ? ਹਾਂਜੀ ਰਜ਼ਾਮੰਦ ਹੈਗੀ ਹੋਏਗੀ, ਉਹ ਰਜ਼ਾਮੰਦ ਹੈਗੀ ਹੈ ਜੀ। ਉਹਨੇ ਜਦ ਨਿਕਾਹ ਕੀਤਾ, ਨਿਕਾਹ ਕਰਦੇ ਸੀ ਲਾਹੌਰ ਆ ਗਏ। ਲਾਹੌਰ ਆਏ, ਜਦੋਂ ਲਾਹੌਰ ਆ ਤੇ ਇੱਥੇ ਅਸੀਂ ਰਹਿ ਗਏ। ਇਹ 2 ਮਹੀਨੇ ਤੋਂ ਬਾਅਦ 1 ਮਹੀਨਾ ਅਸੀਂ ਇਕੱਲੇ ਰਹਿ ਗਏ। 1 ਮਹੀਨੇ ਤੋਂ ਬਾਅਦ ਉਹ ਗਈ ਪਿੱਛੇ, ਅਸੀਂ ਮੇਰੇ ਬੱਚੇ ਲੈ ਕੇ ਆਈਆਂ। ਉਹ ਬੱਚੇ ਲੈ ਕੇ ਆਈਏ ਕਿ ਵੱਡੇ ਬੱਚੇ ਨੌਕਰੀ ਲਵਾ ਦਿੱਤਾ। ਉਹਦੇ 2 ਬੱਚੇ ਗਏ ਜੀ, 2 ਬੇਟੇ 2 ਬੇਟੇ। ਇੱਕ ਦਿਨ ਜ਼ੈਦ ਹੈ, ਇੱਕ ਦਿਨ ਰਮਜ਼ਾਨ ਹੈਗਾ। ਛੋਟਾ ਬੱਚਾ ਉਹਦਾ ਸਿਰ ਖਰਾਬ ਹੈਗਾ ਸੀ, ਉਹਨੂੰ ਮੈਂ ਸਵੇਰ ਸ਼ਾਮ ਦਵਾਈ ਵੀ ਲਿਆ ਦਿੰਦਾ ਸੀ। ਮੈਂ ਤੇ ਹੋਟਲ ਤੇ ਕੰਮ ਕਰਦਾ ਹੈਗਾ ਆ। 1800 2000 ਦਿਹਾੜੀ ਗਈ ਮੇਰੀ। ਉਹ ਦਿਹਾੜੀ ਲਾ ਤੇ ਆਂਦਾ, ਰੋਟੀ ਵੀ ਉਹਨੂੰ ਕਦੀ ਨਹੀਂ ਪਕਾਉਣ ਦਿੱਤੀ, ਰੋਟੀ ਪੱਕੀ ਪਕਾਈ ਬਾਹਰ ਲਿਆਂਦਾ। ਠੀਕ ਹੈ, ਉਹਨੂੰ ਲਿਆ ਤੇ ਘਰੇ ਦਿੰਦਾ। ਉਹਦਾ ਬੱਚਾ ਜਿਹਨੇ ਨੌਕਰੀ ਤੇ ਲਵਾਇਆ 45-42 ਹਜ਼ਾਰ ਤਨਖਾਹ ਤੇ, ਸਵੇਰ ਜਾਂਦਾ ਸ਼ਾਮ ਨੂੰ ਆਉਂਦਾ ਹੈਗਾ। ਤਨਖਾਹ ਵੀ ਠੀਕ ਠਾਕ ਲਵਾਈ ਹੁੰਦੀ। ਠੀਕ ਹੈ, ਜਦੋਂ ਵਾਪਸੀ ਆਏ ਗਿਆ 1 ਮਹੀਨੇ ਬਾਅਦ ਮੇਰਾ ਵਾਲਾ ਸਾਹਿਬ ਬਿਮਾਰ ਹੋ ਗਿਆ। ਅਸੀਂ ਵਾਪਸੀ ਪਿੰਡ ਚਲੇ ਗਏ। ਜਦੋਂ ਪਿੰਡ ਗਏ ਉੱਥੇ ਜਾ ਤੇ ਮੇਰੀ ਬੇਗਮ ਦੂਸਰੀ ਜਗ੍ਹਾ ਬੁਲਾਇਆ ਗਿਆ। ਜਦੋਂ ਬੁਲਾਇਆ ਗਿਆ ਤੁਹਾਨੂੰ ਪਤਾ ਚੱਲਿਆ ਵੀ ਤੁਹਾਨੂੰ ਜਦ ਕਿਉਂ ਬੁਲਾਇਆ ਗਿਆ। ਬਸ ਉਹ ਚੀਜ਼ ਦਾ ਵੱਟ ਕਰ ਗਈ। ਉਹਦੇ ਪਿੱਛੇ ਮੈਂ ਉਹਨੂੰ ਸਾਰਾ ਹੱਕ ਦਿੱਤਾ ਹੈ। ਮੈਂ ਕਿਹਾ ਵੇਖ ਉਹਦੇ 'ਚ 5 ਬੱਚੇ ਕਿ ਮੇਰੇ, ਮੈਂ ਉਹਦੇ ਪਿੱਛੇ ਹੋਟਲ ਮੇਰਾ ਚਲਦਾ ਚਲਾਉਂਦਾ ਵੇਚ ਦਿੱਤਾ। ਡੰਗਰ 2 ਵੇਚ ਦਿੱਤੇ ਗਏ।
2 ਗਾਈਂ ਵੇਚ ਦਿੱਤੀਆਂ, ਉਹ ਵੀ ਉਹਨੂੰ ਖਵਾ ਦਿੱਤਾ ਸਾਰਾ ਕੁਝ। ਬਾਕੀ ਹੋ ਸਕਿਆ ਮੈਂ ਤੈਨੂੰ ਉਹਦੇ ਮੀਆਂ ਨੇ ਰਗੇ ਗੱਲ ਕੀਤੀ ਬਾਅਦ ਵਿੱਚ, ਤੂੰ ਮੈਨੂੰ ਛੱਡਿਆ, ਉਹ ਬੰਦਾ ਤੈਨੂੰ ਕੀ ਦੇਵੇਗਾ। ਉਹ ਆਪਣੇ ਸਾਹਮਣੇ ਬੈਠ ਕੇ ਗੱਲ ਉਹਨੇ ਮੇਰੇ ਸਾਹਮਣੇ ਕੀਤੀ, ਉਹਨੇ ਫੋਨ ਤੇ ਗੱਲ ਕੀਤੀ। ਮੈਂ ਕਿਹਾ ਇੱਜ਼ਤ ਦਾ ਮਸਲਾ ਹੈ ਤੇ ਮੈਂ ਸਾਰਾ ਕੁਝ ਇਹਦੇ ਵਾਸਤੇ ਗਿਆ। ਜਦੋਂ ਮੇਰੀ ਇੱਜ਼ਤ ਬਣ ਗਈ ਤੇ ਮੈਂ ਸਾਰਾ ਕੁਝ ਇਹਦੇ ਵਾਸਤੇ ਗਿਆ। ਠੀਕ ਹੈ, ਮੈਨੂੰ ਇੱਜ਼ਤ ਦਿੱਤੀ, 2 ਨੰਬਰ ਧੰਦਾ ਉਹਦਾ ਬੰਦਾ ਕਰਾਉਂਦਾ ਸੀ, ਮੈਨੂੰ ਇੱਜ਼ਤ ਦਿੱਤੀ ਗਈ। ਜਦੋਂ ਇੱਜ਼ਤ ਦਿੱਤੀ, ਇੱਜ਼ਤ ਦੇ ਕੇ ਉਹਨਾਂ ਦੀ ਬੀਵੀ ਬਣਾਈ, ਹਲੇ ਵੀ ਬੀਵੀ ਹੈ। ਮੈਂ ਤਾਂ ਨਿਕਾਹ ਕੀਤਾ, ਮੇਰੇ ਨਿਕਾਹ ਵਿੱਚ ਹੈਗੀ ਹੈ, ਇਹ ਵੀ ਨਿਕਾਹ 'ਚ ਨਿਕਾਹ 'ਚ ਹੈਗੀ ਹੈ ਜੀ, ਨਿਕਾਹ 'ਚ ਕੀ ਮਾਮਲਾ ਹੋਇਆ ਹੈ? ਤੁਹਾਡਾ ਉਜ਼ੂ ਤਨਾਸਲ ਜਿਹੜਾ ਹੈ ਪ੍ਰਾਈਵੇਟ ਪਾਰਟ ਤੁਹਾਡਾ ਕੱਟ ਕੇ ਜੜੋਂ ਹੀ ਲੈਦਾ ਕਰ ਦਿੱਤਾ ਹੈ, ਕੀ ਮਾਮਲਾ ਹੈ? ਜੜੀ ਅਲੱਗਾ ਕਰ ਦਿੱਤਾ ਜੀ, ਮੈਂ ਤੈਨੂੰ ਕੀ ਦੱਸਾਂ, ਜੜੀ ਅਲੱਗਾ ਕਰ ਦਿੱਤਾ ਜੀ। ਇਹ ਕੀ ਮਾਮਲਾ ਹੋਇਆ, ਕਿਸ ਤਰ੍ਹਾਂ ਹੋਇਆ ਸੀ? ਇਹ ਜੀ ਮੈਨੂੰ ਨਸ਼ੇ ਦੀ ਗੋਲੀਆਂ ਦੀ ਪਹਿਲੇ ਬੜਾ ਮੈਨੂੰ ਉਹ ਲਾਹੌਰ ਇੱਕ ਦਿਨ ਪਹਿਲੇ ਵਾਪਸੀ ਪਿੰਡ ਚਲੀ ਗਈ। ਮੈਂ ਅੱਗੇ ਗਈ ਹੈ ਲੜਤੇ ਨਹੀਂ, ਬਿਲकुल खुशी खुशी गई है, खुशी खुशी गई है। सामान थोड़ा बहुत कपड़े तीड़े लेते गई हैगी, खुशी खुशी गई है। राती गई है कि है, सुबह सुबह मैंने राती फोन किया, सुबह फोन किया, ये हर चीज़ मेरे ना हैगी। मेरा बंदा अगला हर चीज़ लै गया चाहते ते तू आ चल मेरे कोल आ। मैं उत्थे आ गई उनकी गल्लां दे चाहते, अल्लाह ही तो मैं हैगा गुआढ़ी होंदा, उन्हें मैंने आख्या तू भाई रफीक आ जा। मैं आ गया उनकी गल्लां च लग ते उत्थे चला गया, समान समून चाहते तुसी थोड़ा घर है, सारा कुछ थोड़ा है। फिर वो माई सनाज हैगी आई, उन्हें मैंने आख्या घर थोड़ा है। ਤੁਹਾਨੂੰ ਜਿਹੜੀ ਹੈ ਦੱਸ ਰਹੇ ਹੋ ਕੋਈ ਨਾਲ ਹਮਸਾਈ ਉਹਨੇ ਕਾਲ ਕਰਕੇ ਬੁਲਵਾਇਆ ਤੁਹਾਨੂੰ, ਇਹ ਕੋਈ ਲੜਕੇ ਤੁਸੀਂ ਆਏ ਸੀ ਜਾਂ ਉਹ ਸੁਲਾ ਕਰਵਾ ਰਹੀ ਸੀ, ਕੀ ਮਾਮਲਾ? नहीं लड़के नहीं, तो उन्हें गल किया ਤੁਹਾਡਾ ਆਪਦਾ ਘਰ ਹੈਗਾ, ਪ੍ਰਾਪਰਟੀ ਸਾਰਾ ਘਰ ਦੇ ਨਾਂ ਹੈਗਾ ਔਰਤ ਦੇ। ਤੁਸੀਂ ਮੇਰੀ ਗੱਲ ਸੁਣੋ ਨਾ, ਉਹਨੇ ਇਹ ਗੱਲ ਕਿਉਂ ਕੀਤੀ? ਕੋਈ ਲੜਾਈ ਝਗੜਾ ਸੀ ਜਾਂ ਤੁਸੀਂ ਉੱਥੇ ਜਾਂਦੇ ਨਹੀਂ? ਉੱਥੇ ਗੁੱਸੇ ਹੈਗਾ ਸੀ, ਇੱਕ ਦਿਨ ਮੋਬਾਈਲ ਬੰਦ ਕਰ ਦਿੱਤਾ ਹੈਗਾ ਸੀ। ਅੱਛਾ, ਗੁੱਸੇ ਨਾਲ ਮੋਬਾਈਲ ਬੰਦ ਕਰ, ਲੜਾਈ ਹੋਈ ਸੀ? ਹਾਂ ਲੜਾਈ ਵੀ ਕੋਈ ਨਹੀਂ, ਮੈਂ ਗੁੱਸੇ ਨਾਲ ਮੋਬਾਈਲ ਬੰਦ ਕੀਤਾ। ਤੂੰ ਬੰਦ ਕਿਉਂ ਕੀਤਾ ਸੀ? ਵੀ ਤੂੰ ਚੱਲੀ ਹੈਗੀ, ਮੈਂ ਇੱਥੇ ਇਕੱਲਾ ਮੈਂ ਇੱਥੇ ਕੀ ਕਰਨਾ ਹੈਗਾ, ਜਾਂ ਤੇ ਫਿਰ ਚਲੀਏ ਦੋਵੇਂ ਇਕੱਠੇ ਚਲੀਏ। ਇੱਕ ਦੇ ਸਕ ਮੈਂ ਤੇਰੇ ਤੋਂ ਪਹਿਲੇ ਜਾਣਾ ਹੈਗਾ, ਇੱਕ ਦੇ ਪਹਿਲੇ ਆਤੇ ਨੇ ਜੋ ਕੁਝ ਵੀ ਕੀਤਾ ਹੈਗਾ ਮੈਨੂੰ नहीं पता। एक दिन पहले आते ने जो प्लेन बनाया है, जो हिसाब का बनाया गया, इन्हें पहले आकर बनाया एक दिन जी। और एक दिन पहले आने मैं 12 बजे पहुंचा, 12 बजे पहुंचते मैंने जूस कॉल की आ जा। वो बाजी सनाज ने मैंने आख्यागा, इन्हें मैंने आख्या उनकी गल्लां चाहते मैं वापसी आ गया। जो वापसी आया 12 बजे पहुंचेगा, बाद पहुंचेगा इन्हें नशे ਦੇ ਵਿੱਚ ਨਾ। ਤੁਸੀਂ ਜਿਸ ਟਾਈਮ ਉੱਥੋਂ ਨਿਕਲੇ ਹੋ ਤੁਹਾਡੀ ਕੀ ਫੋਨ ਤੇ ਗੱਲਬਾਤ ਜੀ ਗੱਲ ਹੋਈ ਹੈ, ਉਹਦੇ ਬੇਟੇ ਨਾਲ ਵੀ ਗੱਲ ਹੋਈ ਹੈ। ਬੇਗਮ ਨਾਲ ਗੱਲ ਹੋਈ ਤੁਹਾਡੀ? ਹਾਂਜੀ ਹੋਈ ਹੈ, ਉਸ ਨਾਲ ਗੱਲ। ਉਹਨੇ ਕੀ ਕਿਹਾ ਕਿ ਉਹਨੇ ਕਿਹਾ ਮੈਂ ਬਾਦੀ ਤਿਆਰ ਹੋ ਤੇ ਬੈਠੀ ਆ, ਮੈਂ ਚੱਲੀ ਆ, ਤੂੰ ਤੇਰੇ ਆਉਣ ਤੋਂ ਪਹਿਲੇ ਨਾ ਮੈਂ ਜਿਹੜਾ ਪਾਰਲਰ ਤੂੰ ਤਿਆਰ ਹੋ ਤੇ ਆਂਦੀ ਪਈ ਆ। ਮੈਂ ਕਾਲ ਵੀ ਕੀਤੀ ਹੈ, ਮੈਂ ਕਿੱਥੇ ਹੋਣਾ? ਅਗੇ ਪਾਰਲਰ ਤੋਂ ਵਾਪਸੀ ਆ ਰਹੀ ਆ, ਮੈਂ पार्लर तो वापसी हो तैयारी की, मैं तैयारी करते बैठी हूँ। जो आया मैं वापसी तैयारी करते आया, जो मैं पहुंचेगा तैयार होके बैठी हूँ, और साड़ी सूड़ी पाते बैठी, सारा कुछ करते बैठी गई। नाल बाजी सुना जी वही नाल बैठी बाहर दरवाजे विच तैयार बैठी, बच्चा दूसरे कमरे च बैठेगा। मैंने आख्या जी जिन्ना मैंने आते बुलाया सो मिली है, ठीक है। मैंने आख्या बाजी सुना, हाँ जी सब कुछ किया, बिल्कुल सारा कुछ किया जी। कमरे च मसारी भी हाँ जी सजाई सो, सारा कुछ किया। उस दिन ही सजाई? उस दिन हाँ जी। फिर उस तो बाद कपड़े पाए, दुल्हन बनी, फुल दुल्हन बनी जी, फुल दुल्हन बनी। हाँ जी, बस तैयार होके ते फिर उस मैंने जिन्ना जूस पवाया, जूस जिन्ना उन्हें च नशा हैगा जी। बस मैं 2 घुट अंदर गया, मैंने नहीं पता चलिया। और तूने प्लेन तो पहले एक रात आते बना ली जो बनावना सी। मैं जो पहुंचा हैगा उतों तो बंदे ने बुलाया सू, नाल कोई रब दी साथ 2 बंदे हो रह गए, उधर 2 बच्चे है, उन्हें मैंने पकड़ा है। उस मारे उन्हें बंदे ने आके डंडा मारा मेरे सिर च, पहले बंदे ने ਉਹਦੇ ਕੋਲ ਜਿੰਦੇ ਕੋ ਤਲਾਕ ਲਈ ਇਸ ਨੂਰ ਅਹਿਮਦ। ਤੁਸੀਂ ਤਾਂ ਕਹਿ ਰਹੇ ਹੋ ਤੁਹਾਨੂੰ ਤੇ ਬੇਹੋਸ਼ ਕਰਤਾ ਸੀ? ਬੇਹੋਸ਼ ਕਰ ਦਿੱਤਾ ਸੀ। ਤੁਹਾਨੂੰ ਕਿਸ ਤਰ੍ਹਾਂ ਪਤਾ ਹੈ ਕਿਉਂ ਆਇਆ? ਜਦੋਂ ਸੋਟਾ ਮਾਰਿਆ ਮੇਰੀ ਅੱਖੀ ਖੁੱਲ ਗਈਆਂ ਜੀ, ਅੱਖਾਂ ਖੁੱਲ ਗਈਆਂ ਜੀ। ਇੰਨੀ ਜ਼ੋਰ ਜਦੋਂ ਸੋਟਾ ਮਾਰਿਆ ਗਿਆ ਮੈਨੂੰ ਪਤਾ ਚੱਲ ਗਿਆ, ਉਹਦੀ ਆਵਾਜ਼ ਦਾ ਪਤਾ ਚੱਲ ਗਿਆ। ਮੈਂ ਉਹਨੂੰ ਇਹ ਵੀ ਗੱਲ ਕੀਤੀ, ਫਿਰ ਉਸਮਾਨ ਮੇਰੇ ਮੂੰਹ ਤੇ ਕਪੜਾ ਸੱਟ ਦਿੱਤਾ। ਜਦੋਂ ਕਪੜਾ ਸੱਟਿਆ ਸੂ ਉਹਨੇ ਇਹ ਗੱਲ ਕੀਤੀ, ਫਿਰ ਮੈਨੂੰ ਉਹਦੇ ਵੱਡੇ ਬੱਚੇ ਨੇ ਮੇਰੀ ਲੱਟਾਂ ਬੰਨੀਆਂ ਨੇ, ਛੋਟੇ ਬੱਚੇ ਹੱਥ ਪਕੜੇ ਗਏ। ਉਸਮਾਨ ਮੇਰੇ ਮੂੰਹ ਤੇ ਕਪੜਾ ਸੱਟ ਤੇ ਬੜਾ ਉਸ ਮੈਨੂੰ ਦਬਾਇਆ ਗਿਆ। 5 ਹੀ ਹੈਗੇ, ਉਹਨਾਂ ਮੈਨੂੰ ਪਕੜਿਆ ਗਿਆ। घटिया किस्म की छुरी हैगी सी, घटिया किस्म की। उन्हें फिर मेरा देखो जी जी पट्टा ते भी छुरी मारी गई, और देखो सारा दिन। फिर उन्हें बड़ा आस्ते बाद मेरा जिस्म सारा कट दिता, जड़ू पड़ दिता जी। उन्हें जड़ू पड़ते दरवाजा बंद करते, पिछली हवेली का दरवाजा गेट का दरवाजा बंद किया, हवेली का दरवाजा बंद किया ने। अड़ते चले गए, तकदीर नाल रब दी ज़ात दिखवाएगी। वो मोबाइल मेरा किते थल्ले पिया सी, वो मैं उससे पहली काल ही उस बाजी ने की जिन्हें मैंने बुलाया गया। हमसाई उन्होंने मैं आख्या बाजी मैंने जो काम करते चले गए ਹੁਣ ਮੈਨੂੰ ਜਿਹੜਾ ਦੱਸ ਕੀ ਕਰਨਾ ਹੈ। ਉਸ ਕਹਿੰਦੇ ਤੈਨੂੰ ਮੈਂ ਨਹੀਂ ਕਰ ਸਕਦੀ, 1 ਤੇ ਕਾਲ ਕਰ। ਮੈਂ 1 ਤੇ ਕਾਲ ਕੀਤੀ ਗਈ ਹੈ, ਉਹਦੇ ਭਰਾਵਾਂ ਨੂੰ ਬੁਲਾਇਆ ਗਿਆ, ਮੇਰੇ ਭਰਾ ਵੀ ਆ ਗਏ, 112 ਵਾਲੇ ਵੀ ਆ ਗਏ। ਉਸ ਤੋਂ ਬਾਅਦ ਉਹਨੂੰ ਕਾਲ ਕੀਤੀ, ਉਹਨੇ ਕਹੋ ਤਾਂ ਉਹ ਤਾਂ ਮੌਤ ਜਾਂਦੇ ਪੇਟ ਡੰਡੀ ਲੱਗੇ ਜਾਂਦੇ। ਉਹ ਮਾਈ ਨੇ ਮੈਨੂੰ ਇਹ ਗੱਲ ਕੀਤੀ ਹੈ, ਉਹ ਤੋਂ ਭੱਜੇ ਜਾਂਦੇ ਨੇ ਸਾਰਾ ਟੱਬਰ। ਮੈਂ ਕਿਹਾ ਮੈਨੂੰ ਕੱਢ ਸਕਿਆ, ਮੈਂ ਤੈਨੂੰ ਨਹੀਂ ਕੱਢ ਸਕਦੀ। ਮੈਂ ਕਿਹਾ ਬੁਲਾਇਆ ਤੂੰ ਮੈਨੂੰ ਹੈਗਾ, ਕੱਢ ਤੂੰ ਮੈਨੂੰ ਨਹੀਂ ਸਕਦੀਗੀ। ਇਹ ਵਾਕਿਆ ਬਣਾ ਜੀ। ਫਿਰ ਆਇਆ ਕਿ ਮੇਰਾ ਕੋਈ ਇਨਸਾਫ ਨਹੀਂ ਮੈਨੂੰ ਮਿਲਿਆ। ਮੈਂ ਇਨਸਾਫ ਚਾਹਨਾ ਹੈਗਾ ਜੀ। ਮਰੀਮ ਨਵਾਜ਼ ਉਹਨੇ ਇਹ ਛੁਰੀਆਂ ਮਾਰ ਕੇ ਤੇ ਇਹ ਖਤਮ ਹੋ ਗਿਆ ਜੀ। ਸਭ ਕੁਝ ਨੇ ਬੁੱਢੂ ਕੱਢ ਦਿੱਤਾ ਜੀ। ਮੈਂ ਤੈਨੂੰ ਕੀ ਦੱਸਾਂ ਰੱਬ, ਮੈਂ ਕੀ ਦੱਸ ਸਕਦਾ ਜੀ। ਉਹਨੇ
ਕਿਸੇ ਦੇ ਲਾਇਕ ਹੀ ਨਹੀਂ। मैं किसी के लायक नहीं है जी। मैं कोई नमाज रोजे जो करनी कोई कुछ नहीं कर सकता। मैंने नाली दोबारा लगेगी, मैं पेशाब तक नहीं, मैं पाक भी नहीं रह सकता जी। मैं कुछ भी नहीं कर सकता, कोई नमाज नहीं कर सकता, कोई रोजा नहीं कर सकता, कोई इबादत नहीं कर सकता जी। मैंने इतना जुल्म होया कि ਉਸਮਾ ਨਾਲ ਤੁਹਾਡਾ ਕੀ ਫੋਨ ਤੇ ਰਾਬਤਾ ਹੈ? ਹੁਣ नहीं होया जी। पहले राबता जो होया सी ਉਸਮਾ ਫੜੀ ਗਈ ਕਿ ਨਹੀਂ? नहीं हाले तिकर की कुछ नहीं पकड़ी जी। कोई उस्मा नहीं पकड़ी, सिर्फ उस नाज एक पकड़ी हुई की। ਨਾਜ਼ ਕੌਣ ਹੈ? वो जी पड़ोसी जी ने मैंने फोन करके बुलाया सी। ਉਹਨੂੰ ਤੇ ਉਸਮਾ ਜਿਹੜੀ ਮੇਨ ਮਰਕਜ਼ੀ ਮੁਲਜ਼ਮ ਹੈ ਉਹ ਤੇ ਫੜੀ ਗਈ। नहीं पकड़ी गई जी। कोई उनका कोई भी नहीं पकड़ा गया जी। ਕਿਹੜੀ ਜਗ੍ਹਾ ਦਾ ਵਾਕਿਆ ਹੈ? ये उजरा शाह मुकीम तो अगे झंडा पाकिस्तानी पुलिस का है जी, नवे क्वार्टर का है जी। उत्थों का वाकिया ਹੋਰ ਵੀ ਨਹੀਂ ਫੜਿਆ ਗਿਆ। कोई भी नहीं पकड़ा गया जी। हाले तक कोई कुछ नहीं होएगा। मेरी अपील हैगी है मरियम नवाज CCD हाल पंजाब सबसे अपील हैगी जी, मुझे इंसाफ चाहिए जी। नाज़रीन ये हालात हैं कि आप अंदाज़ा लगा लें कि रफ़ीक साहब जो हैं अब ज़ारो कतार रो रहे हैं। इनकी पहले शादी हुई थी, 5 बच्चे थे। उस खातून से इन्होंने शादी की खुदा तरसी करके, और वो कहती थी कि मेरा शोहर मुझसे धंधा करवाता है, यानी कि मुझे कहता है कि जिस्म फरोशी करो, पैसे ला कर दो। और उसने तंग आकर इनसे कहा कि मुझसे शादी कर लो। अब इन्होंने उससे शादी कर ली और इसके अंदर इनकी बीवी जो है पहली वो भी एग्री थी, रजामंद थी, शादी की और वो 2 बच्चों की माँ है, ये 5 बच्चों का बाप है। मगर किस तरीके से जो है उसने इनको घर पर बुलाया, घर पर बुला के नशावर चीज़ खिलाई और उसके बाद जो है इनको डंडे मारे। और मुबैना तौर पर ये खुद बता रहे हैं कि उसने अपने शोहर के साथ, जो कि पहला शोहर था उसका, उसके साथ मिलके जो है इनके ऊपर तशद्दुद किया। फिर उसके बाद छुरियों के वार से जो है इनके जिस्म पर जो है वो निशानात भी हैं, इनके जिस्म पर वार किए गए और इनका प्राइवेट जो पार्ट है उसको भी जो है अलहदा कर दिया गया, यानी कि जड़ से ही उसको काट दिया गया। अब ये जो है यानी कि वो जो मर्दानगी होती है ना इंसान के अंदर, वो ख़त्म हो चुके हैं। अब ये ज़ारो कतार रो रहे हैं। उनका आप रोल देख लें कि हमारी जो प्यारी प्यारी पंजाब पुलिस है उन्होंने 334 की FIR दर्ज की है। यानी कि होना तो ये चाहिए था कि इक़दाम कत्ल की जो FIR दर्ज की जाती, जो इनके ऊपर तशद्दुद किया गया है उसकी FIR दर्ज की जाती, मगर एक मामूली सी जो कि फॉर्मेलिटी पूरी करने के लिए पंजाब पुलिस ने जो है FIR लॉन्च कर दिया। मेन मरकजी जो मुल्ज़िम है वो नहीं पकड़ी गई, जो उनका शोहर है वो नहीं पकड़ा गया। अब जो है पुलिस जो है क्या कर रही है वो अब आप देख लें कि शायद उन्होंने उनको लाल पीले नोट दे दिए हैं जिसकी वजह से पुलिस का मुंह बंद हो गया। अब ये गरीब बंदा है जिसने सारा कुछ अपना बेच के अपने सारी जिंदगी की जमा पूंजी जो है उस उज़मा उर्फ नागन को, जो कि वाकई ही नागन साबित हुई है, और उसने अपना जो डंग था वो इसको मारा है और रफू चक्कर हो गई है, सारा कुछ लूट लिया है, मगर इसके पास लाल पीले नोट नहीं है। पुलिस इसको इंसाफ नहीं दे रही। अब ये दर बदर धक्के खा रहा है, इसकी फैमिली धक्के खा रही है। अब ये आप हालात देख लें। बहरहाल ਤੁਸੀਂ ਤੇ ਸ਼ਾਦੀशुदा ਸੀ, 5 ਬੱਚਿਆਂ ਦੇ ਬਾਪ ਸੀ, ਤੁਹਾਨੂੰ ਕੀ ਜ਼ਰੂਰਤ ਹੈ ਤੁਹਾਨੂੰ ਸ਼ਾਦੀ ਕਰਨ? बस जी मैंने गल्ला जड़ना बड़ा लिया गया। मेरा मियाँ 2 नंबर धंधा करांदा सी। जायदाद दी मालिक ਸੀ? नहीं जायदाद उतनी जायदाद होंदी होंदे 2 प्लाट मेरे गए जी। 5 होर बाकी कोई ये प्लाट ही ਵੇਚ ਗਏ ਨੇ? मैं जी प्लाट भी मेरे प्लाट ਵੇਚ ਕੇ ਖਵਾਤੇ ਨੇ? मैं सब कुछ उन्हें खुआ दिता जी। ਡੰਗ ਮਾਰ ਕੇ ਹੁਣ ਚਲੇ ਗਏ? होटल में भेज दिता, होटल मेरा ਡੰਗ कारोबार ਮਾਰਿਆ ਤੁਹਾਨੂੰ ਨੇ? बहुत उन्हें टांगे मारे जी। नाज़रीन आप देख सकते हैं कि ये रफ़ीक जो कि 5 बच्चों का बाप है ज़ारो कतार रो रहा है और मुतालबा कर रहा है। आपने इस वीडियो को ज़्यादा से ज़्यादा शेयर करना है ताकि इस गरीब बंदे को जो है इंसाफ मिल सके। जिस तरीके से उसने इसकी ज़िंदगी उजाड़ दी, इसी तरीके से जो है उस मुलजिमा को जो है कानून के कटहरे में लाकर इबरत का निशान बनाया जाए। कमेंट सेक्शन में अपनी राय से ज़रूर आगाह कीजिएगा। अपने मेज़बान नईम भट्टी को दीजिए इजाज़त। अल्लाह निगहबान।